ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। सतगुरु जी की इलाही अमृतमय बाणी का कीर्तन गुरु के प्यारे कीर्तनिया पासों आप जी ने सरवण किया। गुरु दर ते जुड़ के गुरु की बाणी द्वारा अपने जीवन को सवारण का निमाणा जिहा यतन उपराला कर रहे हैं। गुरु नानक साहब महाराज कृपा करके अज दे इस पावन शब्द अंदर सानू सोझी दिंदियां होया समझाउंदे ने। सतगुरु समझाउंदे कि जिस दे अंदर वाहिगुरू दा प्रेम अते ओदी भगती, ये दोनों चीज़ां जिस बंदे दे अंदर मौजूद ने, उहदे वर्गा विचारी होर कोई नहीं है। ਉਹੀ ਸਭ ਤੋਂ ਉੱਤਮ ਚੀਜ਼ਾਂ ਨੂੰ ਸਮਝਣ ਵਾਲਾ ਵਿਚਾਰਵਾਨ ਹੈ। ਜਿੰਨਾ ਉਹ ਗਹਿਰਾਈ ਨਾਲ ਸਭ ਕਾਸੇ ਨੂੰ ਸਮਝ ਲੈਂਦਾ ਹੈ, ਅਸੀਂ ਲੋਕ ਉਹਨਾਂ ਕਦੇ ਵੀ ਨਹੀਂ ਸਮਝ ਪਾਉਂਦੇ। ਲੋਕ ਸਮਝਦੇ ਨੇ ਕਿ ਜਿਹੜੇ ਲੋਕ ਪ੍ਰਮਾਤਮਾ ਦੀ ਭਗਤੀ ਵਿੱਚ ਪੈ ਜਾਂਦੇ ਨੇ, ਉਹਦੀ ਬੰਦਗੀ ਵਾਲੇ ਪਾਸੇ ਤੁਰ ਜਾਂਦੇ ਨੇ, ਉਹ ਸਭ ਚੀਜ਼ਾਂ ਤੋਂ ਮੁਕਤ ਹੋ ਜਾਂਦੇ ਨੇ, ਭਾਵ ਉਹ ਸਭ ਕੁਝ ਛੱਡ ਛਡਾ ਜਾਂਦੇ ਨੇ। ਅਸਲ ਵਿੱਚ ਇਹਦਾ ਗਹਿਰੇ ਸਾਨੂੰ ਕੋਈ ਅਧਿਐਨ ਨਹੀਂ ਹੈ, ਸਾਨੂੰ ਕੋਈ ਪਤਾ ਨਹੀਂ ਹੈ ਇਸ ਚੀਜ਼ ਦਾ, ਨਾ ਸਾਡੇ ਅਧਿਐਨ ਦਾ ਇਹ ਹਿੱਸਾ ਹੈ। ਅਸੀਂ ਇਸ ਨੂੰ ਕਦੇ ਜਾਣਿਆ ਨਹੀਂ। ਲੋਕ ਡਰਦੇ ਰਹਿੰਦੇ ਨੇ कि किते साडे कोलों संसार ना छुट जावे। संसार दे छुट जाण दे डर करके लोग बंदगी वाले पासे, रब वाले पासे नहीं जुड़ते। जुड़ते ने पर सिर्फ ओपरा ओपरा, उपरों उपरों, पूरी तरह नहीं जुड़ते, क्योंकि पूरी तरह किते ना किते मन विच डर हुंदा है कि जे सचमुच जुड़ गया तां की करांगा। रविंद्रनाथ टैगोर की एक कविता है, उस कविता में उन्हें जिक्र किया कि मैं परमात्मा नूं लभदा फिरदा, पुछदा फिरदा कि परमेश्वर का घर कित्थे है। बहुत भटकिया मैं, बहुत लभ्या, सब दुनिया खोजण तो बाद एक दिन कितों खबर मिल गई। ਲੱਭਦਿਆਂ एक नगर ਵਿੱਚ पहुंचा, पता ਚੱਲਿਆ कि ਉਹ फलाना चुबारा परमात्मा ਦਾ है, सामने दिखाई दे रहा है। ਜਦੋਂ तक नहीं पता सी उदों तक ਲੱਭਦੇ ਫਿਰਦੇ ਸੀ, ਹੁਣ पता ਲੱਗਿਆ ਤਾਂ ਹੁਣ ਹੱਥ पैर ਕੰਬਣ ਲੱਗੇ, ਹੁਣ ਹੱਥ पैर ਕੰਬਣ ਲੱਗੇ, मन ਡਾਵਾਂਡੋਲ ਜਿਹਾ ਹੋਣ ਲੱਗਾ। मैं हौली हौली उस चुबारे कोल पहुंचा, हौली हौली हिम्मत करके पौड़ियां चढ़िया, एक एक स्टैप अगे बढ़िया, दरवाजा खड़काउण वास्ते कुंडे नूं हथ पाया। मैं दरवाजा खड़काउणा तां अलग गल सी, अंदर जाके परमेश्वर नूं मिलना तां वखरी गल सी। मैं हौली देना बड़े आराम नाल उस कुंडे नूं दुबारा फिर दरवाजे दे नाल बिना कोई आवाज़ कीते लगा के मलक देनी, दब्बे पैरी पौड़ियां उतर के वापस भज आया। मन विच डर कि किते परमात्मा दरवाजा खोल के अंदरों आवाज़ मार ही ना लवे कि तू भाई आ जा अंदर। मैं इसलिए डरदा होया
ਦੱਬੇ ਪੈਰੀਂ ਉੱਥੋਂ ਭੱਜ ਆਇਆ। ਮੈਂ ਅੱਜ ਵੀ ਰੱਬ ਨੂੰ ਲੱਭਦਾ, ਅੱਜ ਵੀ, ਪਰ ਉੱਥੇ ਨਹੀਂ ਲੱਭਦਾ ਜਿੱਥੇ ਉਹ ਹੈ। ਜਿੱਥੇ ਉਹ ਮੌਜੂਦ ਹੈ ਮੈਂ ਉੱਥੇ ਉਸ ਨੂੰ ਲੱਭਦਾ ਹੀ ਨਹੀਂ। ਮੈਂ ਇੱਧਰ ਉੱਧਰ ਹੋਰ ਪਾਸੇ ਲੱਭਦਾ ਫਿਰਦਾ, ਪਤਾ ਮੈਨੂੰ ਹੈ ਉਹ ਕਿੱਥੇ। ਐਸਾ ਉਹਨਾਂ ਨੇ ਕਿਉਂ ਕੀਤਾ? ਉਹ ਕਹਿੰਦੇ ਐਸਾ ਇਸ ਲਈ ਕਿ ਜਦੋਂ ਮੈਂ ਜਿਵੇਂ ਜਿਵੇਂ ਰੱਬ ਦੇ ਨੇੜੇ ਹੋਣ ਲੱਗਿਆ ਨਾ, ਜਿਵੇਂ ਜਿਵੇਂ ਉਸ ਚੁਬਾਰੇ ਦੇ ਨੇੜੇ ਗਿਆ, ਤਾਂ ਮੈਨੂੰ ਇਹ ਲੱਗਿਆ ਕਿ ਮੇਰੀ ਦੁਨੀਆ ਛੁੱਟ ਜਾਏਗੀ, ਇਹ ਸੰਸਾਰ ਛੁੱਟ ਜਾਏਗਾ, ਮੇਰੇ ਭੈਣ ਭਾਈ ਛੁੱਟ ਜਾਣਗੇ, ਧੀਆਂ ਪੁੱਤ ਛੁੱਟ ਜਾਣਗੇ, ਪਰਿਵਾਰ ਛੁੱਟ ਜਾਏਗਾ, ਮੇਰੇ ਕੋਲ ਕੁਝ ਵੀ ਨਹੀਂ ਬਚੇਗਾ। ਮੈਂ ਸਭ ਕੁਝ ਛੱਡ ਕੇ ਵਾਪਸ ਮੁੜ ਆਇਆ, ਮੈਂ ਪ੍ਰਮਾਤਮਾ ਨੂੰ ਛੱਡ ਕੇ ਪਿਛਾਂਹ ਮੁੜ ਆਇਆ। ਸਾਡੀ ਸਭ ਦੀ ਲਗਭਗ ਸੋਚ ਕੁਝ ਐਸੀ ਹੈ ਕਿ ਉਹਦੇ ਨਾਲ ਜੁੜ ਕੇ ਕਿਤੇ ਸੰਸਾਰ ਨਾਲ ਟੁੱਟ ਨਾ ਜਾਈਏ। ਇਸ ਕਰਕੇ ਲੋਕ ਉੱਪਰੋਂ ਉੱਪਰੋਂ ਜਪ ਤਪ ਕਰਦੇ ਰਹਿੰਦੇ ਨੇ, ਗਹਿਰੇ ਵਿੱਚ ਕਦੇ ਉਸ ਪਰਮਾਤਮਾ ਨੂੰ ਸਿਮਰਦੇ ਨਹੀਂ। ਉੱਪਰੋਂ ਉੱਪਰੋਂ ਧਾਰਮਿਕ ਕਰਮ ਕਰਕੇ ਧਰਮੀ ਹੋਣ ਦਾ ਆਪਣੇ ਆਪ ਨੂੰ ਆਸ਼ਵਾਸਨ ਭਰੋਸਾ ਜਿਹਾ ਵੀ ਦਿਵਾਉਂਦੇ ਰਹਿੰਦੇ ਹਾਂ ਅਸੀਂ ਲੋਕ। ਉੱਪਰੋਂ ਉੱਪਰੋਂ ਕਰਮ ਕਰਕੇ ਅਸੀਂ ਆਪਣੇ ਆਪ ਨੂੰ, ਆਪਣੇ ਮਨ ਨੂੰ ਇਹ ਭਰਮ ਜਿਹਾ ਵੀ ਪਾਲੀ ਰੱਖਦੇ ਹਾਂ ਕਿ ਮੈਂ ਤੇ ਧਾਰਮਿਕ ਹੈਗਾ ਹੀ ਹਾਂ, ਪੂਜਾ ਪਾਠ ਕਰਦਾ ਹੀ ਹਾਂ, ਦੂਸਰਿਆਂ ਲੋਕਾਂ ਨਾਲੋਂ ਤੇ ਚੰਗਾ ਹੀ ਹਾਂ, ਜਿਹੜੇ ਕਦੇ ਗੁਰਦੁਆਰੇ ਆਉਂਦੇ ਹੀ ਨਹੀਂ, ਜਿਹੜੇ ਕਦੇ ਸੇਵਾ ਕਰਦੇ ਨਹੀਂ, ਜਿਹੜੇ ਕਦੇ ਸਿਮਰਨ ਕਰਦੇ ਹੀ ਨਹੀਂ, ਉਹਨਾਂ ਨਾਲੋਂ ਤਾਂ ਚੰਗਾ ਹੀ ਹਾਂ। ਬਸ ਇਹ ਇੱਕ ਭੁਲੇਖਾ ਜਿਹਾ ਆਪਣੇ ਮਨ ਵਿੱਚ ਪਾ ਕੇ ਅਸੀਂ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਲੱਗੇ ਰਹਿੰਦੇ ਹਾਂ, ਪਰ ਗਹਿਰੇ ਵਿੱਚ ਕਦੇ ਉਤਰਦੇ ਨਹੀਂ, ਗਹਿਰੇ ਵਿੱਚ ਕਦੇ ਪ੍ਰਵੇਸ਼ ਨਹੀਂ ਕਰਦੇ। ਗਹਿਰੇ ਵਿੱਚ ਹੀ ਹੈ ਸਭ ਕੁਝ। ਜਿਵੇਂ ਮੋਤੀ ਸਮੁੰਦਰ ਦੀ ਗਹਿਰਾਈ ਵਿੱਚ ਹੁੰਦਾ ਹੈ ਨਾ, ਸਿੱਪੀਆਂ ਸਮੁੰਦਰ ਦੀ ਗਹਿਰਾਈ ਵਿੱਚੋਂ ਲੱਭਦੀਆਂ ਜਿਨ੍ਹਾਂ ਦੇ ਵਿੱਚੋਂ ਮੋਤੀ ਨਿਕਲਦਾ ਹੈ। ਗਹਿਰੇ ਉਤਰਨਾ ਪੈਂਦਾ ਹੈ, ਤੇ ਪ੍ਰੇਮ ਤੇ ਭਗਤੀ ਗਹਿਰੇ ਉਤਰਨ ਦਾ ਨਾਮ ਹੈ। ਗਹਿਰੇ, ਜਿਹੜਾ ਗਹਿਰੇ ਉਤਰ ਗਿਆ ਪ੍ਰੇਮ ਤੇ ਭਗਤੀ ਰਾਹੀਂ, ਜਿਹੜਾ ਉਸ ਵਾਹਿਗੁਰੂ ਵਿੱਚ ਪ੍ਰਵੇਸ਼ ਕਰ ਗਿਆ, ਸਤਿਗੁਰੂ ਕਹਿੰਦੇ ਉਹਦੇ ਵਰਗਾ ਵਿਚਾਰੀ ਹੋਰ ਕੋਈ ਨਹੀਂ ਹੈ, ਉਹਦੇ ਵਰਗਾ ਗਿਆਨੀ ਹੋਰ ਕੋਈ ਨਹੀਂ ਹੈ। ਐਸੇ ਪ੍ਰੇਮ ਭਗਤ ਵਿਚਾਰੀ। ਸਤਿਗੁਰੂ ਕਹਿੰਦੇ ਪ੍ਰੇਮ ਭਗਤੀ ਕਰਨ ਵਾਲੇ ਐਸੇ ਵਿਚਾਰੀ ਜਿਨ੍ਹਾਂ ਨੇ ਗੁਰਮੁਖ ਸਾਚਾ ਨਾਮ ਮੁਰਾਰੀ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਜਾਣ ਲਿਆ ਕਿ ਉਸ ਸੱਚੇ ਦਾ ਨਾਮ ਹੀ ਸੱਚਾ ਹੈ, ਉਹ ਸੱਚਾ ਆਪ ਹੀ ਸੱਚਾ ਹੈ, ਉਹਦਾ ਨਾਮ ਹਮੇਸ਼ਾ ਰਹਿਣ ਵਾਲਾ ਹੈ। ਇਸ ਲਈ ਪ੍ਰੇਮ ਤੇ ਭਗਤੀ ਦੇ ਮਾਰਗ ਤੇ ਚੱਲ ਕੇ ਉਹਨਾਂ ਨੇ ਸੁੱਖ ਪਾ ਲਿਆ। ਪ੍ਰੇਮ ਤੇ ਭਗਤੀ ਨੂੰ ਧਾਰਨ ਕਰਨਾ ਆਪਣੇ ਜੀਵਨ ਵਿੱਚ। ਕਈਆਂ ਦੇ ਕੋਲ ਸਿਰਫ ਭਗਤੀ ਹੈ, ਤਪੱਸਿਆ ਹੈ, ਪ੍ਰੇਮ ਨਹੀਂ ਹੈ। ਇਸ ਲਈ ਕਈਆਂ ਕੋਲ ਸਿਰਫ ਪ੍ਰੇਮ ਹੈ, ਪਰ ਉਹ ਵੀ ਪ੍ਰੇਮ ਦਾ ਦਿਖਾਵਾ ਹੀ ਹੈ, ਪੂਰਾ ਉਹ ਵੀ ਨਹੀਂ। ਦੋਨੋਂ ਜਦੋਂ ਮਿਲਦੇ ਨੇ, ਪ੍ਰੇਮ ਤੇ ਭਗਤ ਦੋਨੋਂ ਜਦੋਂ ਮਿਲ ਜਾਂਦੇ ਨੇ, ਫਿਰ ਗੱਲ ਬਣਦੀ ਹੈ। ਜਦੋਂ ਇੱਕ ਬੰਦੇ ਅੰਦਰ ਇਹ ਦੋਨੋਂ ਗੁਣ ਸਮਾ ਜਾਂਦੇ ਨੇ ਤਦੋਂ। ਇਸ ਲਈ ਸਤਿਗੁਰੂ ਕਹਿੰਦੇ ਪ੍ਰੇਮ ਭਗਤੀ ਆਪਣੇ ਹਿਰਦੇ ਵਿੱਚ ਵਸਾ, ਆਪਣੇ ਹਿਰਦੇ ਵਿੱਚ ਧਾਰਨ ਕਰ। ਗੁਰਮੁਖ ਗਿਆਨ ਧਿਆਨ ਮਨ ਮਾਨ। ਗੁਰਮੁਖ ਨੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਰਾਹੀਂ ਗਿਆਨ ਨੂੰ ਹਾਸਲ ਕਰ ਲਿਆ। ਗਿਆਨ, ਗਿਆਨ ਗੁਰੂ ਬਖਸ਼ਦਾ ਹੈ। ਗੁਰੂ ਨਾਲ ਜੁੜ ਕੇ ਸਾਨੂੰ ਸੋਝੀ ਆਉਂਦੀ ਹੈ, ਸਾਨੂੰ ਪਤਾ ਚੱਲਦਾ ਹੈ ਕਿ ਕੀ ਜੋ ਅਸੀਂ ਕਰ ਰਹੇ ਹਾਂ ਕੀ ਉਹ ਸਹੀ ਹੈ ਜਾਂ ਨਹੀਂ, ਜਾਂ ਗੁਰੂ ਚਰਨਾਂ ਨਾਲ ਜੁੜਨ ਤੋਂ ਪਹਿਲਾਂ ਜੋ ਅਸੀਂ ਕਰਦੇ ਰਹੇ ਹਾਂ ਉਹ ਠੀਕ ਸੀ ਜਾਂ ਗਲਤ। ਗੁਰੂ ਚਰਨਾਂ ਨਾਲ ਜੁੜ ਕੇ ਪਤਾ ਲੱਗਦਾ ਹੈ, ਉਹਦਾ ਗਿਆਨ ਹਾਸਲ ਹੁੰਦਾ ਹੈ। ਅਗਿਆਨਤਾ ਬਸ ਬੰਦਾ ਭਟਕਦਾ ਰਹਿੰਦਾ ਹੈ, ਕੁਰਾਹੇ ਪਿਆ ਰਹਿੰਦਾ ਹੈ।
ਅਗਿਆਨਤਾ ਬਸ। ਇਸ ਲਈ ਅਗਿਆਨ ਵਿੱਚ ਗਲਤ ਕੰਮ ਵੀ ਸਹੀ ਲੱਗਦਾ ਹੈ। ਅਗਿਆਨੀ ਬੰਦੇ ਨੂੰ ਦੂਸਰੇ ਦੀ ਬੁਰਾਈ ਕਰਨੀ ਵੀ ਸਹੀ ਲੱਗਦੀ ਹੈ, ਨਿੰਦਾ ਕਰਨੀ ਵੀ ਸਹੀ ਲੱਗਦੀ ਹੈ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਮੈਂ ਕੁਝ ਗਲਤ ਤਾਂ ਕਹਿ ਨਹੀਂ ਰਿਹਾ, ਜੋ ਸੱਚ ਹੈ ਮੈਂ ਤਾਂ ਉਹੀ ਕਹਿ ਰਿਹਾ। ਨਿੰਦਾ ਕਰਨ ਵਾਲੇ ਲੋਕ ਅਕਸਰ ਇਹ ਦਲੀਲ ਦਿੰਦੇ ਨੇ, ਅਕਸਰ, ਕਿ ਮੈਂ ਕੁਝ ਝੂਠ ਨਹੀਂ ਕਹਿੰਦਾ, ਉਹ ਬੰਦਾ ਇਹੋ ਜਿਹਾ ਮਾੜਾ ਹੈ ਤਾਂ ਹੀ ਤਾਂ ਮੈਂ ਕਹਿੰਦਾ। ਜੇ ਸੱਚਮੁੱਚ ਉਹ ਬੰਦਾ ਮਾੜਾ ਹੈ, ਉਹਦੇ ਅੰਦਰ ਇਹ ਔਗਣ ਨੇ, ਬੁਰਾਈਆਂ ਨੇ, ਤਾਂ ਉਹਦੇ ਮੂੰਹ ਤੇ ਕਹੋ ਜਾ ਕੇ ਉਹਨੂੰ। ਇੰਨੀ ਕੋਈ ਹਿੰਮਤ ਨਹੀਂ ਕਰਦਾ। ਕੌਣ ਬੋਲੇ? ਕਿਸੇ ਦੇ ਮੂੰਹ ਤੇ ਜਾ ਕੇ ਸੱਚ ਕਹਿਣ ਦੀ ਸਾਡੇ 'ਚ ਹਿੰਮਤ ਨਹੀਂ ਹੁੰਦੀ, ਇਸ ਲਈ ਪਿੱਠ ਪਿੱਛੇ ਕਰਦੇ ਰਹਿੰਦੇ ਹਾਂ ਤੇ ਉਸ ਨੂੰ ਅਸੀਂ ਇਹ ਦਲੀਲ ਦੇ ਕੇ ਸਹੀ ਸਿੱਧ ਕਰਨ ਦਾ ਯਤਨ ਕਰਦੇ ਹਾਂ ਕਿ ਮੈਂ ਸੱਚ ਕਹਿੰਦਾ, ਮੈਂ ਝੂਠ ਨਹੀਂ ਬੋਲਦਾ। ਅਗਿਆਨੀ ਬੰਦਾ ਇਸ ਤਰ੍ਹਾਂ ਆਪਣੀ ਹਰ ਗੱਲ ਨੂੰ ਸਹੀ ਦੱਸਦਾ ਹੈ। ਜਿਹਨੂੰ ਗਿਆਨ ਹੋ ਗਿਆ, ਜਿਹਨੂੰ ਗਿਆਨ ਹੋ ਗਿਆ, ਸਤਿਗੁਰੂ ਕਹਿੰਦੇ ਉਸ ਨੂੰ ਪਤਾ ਚੱਲ ਗਿਆ ਕਿ ਸਹੀ ਕੀ ਹੈ ਤੇ ਗਲਤ ਕੀ ਹੈ। ਉਹ ਦੂਸਰੇ ਦੀ ਨਿੰਦਾ ਨਹੀਂ ਕਰਦਾ। ਜੇ ਕਿਸੇ ਦੇ ਅੰਦਰ ਕੋਈ ਗਲਤੀ ਹੈ, ਕਿਸੇ ਦੇ ਅੰਦਰ ਕੋਈ ਬੁਰਾਈ ਹੈ, ਕੋਈ ਕਮੀ ਹੈ, ਤਾਂ ਉਹਨੂੰ ਇਕੱਲਿਆਂ ਪਰਦੇ ਨਾਲ ਕਹਿ ਦਿੰਦਾ ਹੈ, ਭਾਈ ਇਹ ਠੀਕ ਨਹੀਂ ਹੈ, ਇਹਨੂੰ ਠੀਕ ਕਰ ਲੈ। ਗਿਆਨੀ ਤਾਂ ਐਸਾ ਹੈ, ਉਹ ਪਰਦੇ ਨਾਲ ਦੱਸ ਦਿੰਦਾ ਹੈ, ਦੂਸਰਿਆਂ ਦੇ ਸਾਹਮਣੇ ਉਹਨੂੰ ਨੰਗਾ ਨਹੀਂ ਕਰਦਾ। ਜਦੋਂ ਕੋਈ ਬੰਦਾ ਦੂਸਰਿਆਂ ਦੇ ਸਾਹਮਣੇ ਕਿਸੇ ਬੰਦੇ ਦੀ ਇਸ ਤਰ੍ਹਾਂ ਨੰਗਾ ਕਰ ਦੇਵੇ, ਉਹਨੂੰ, ਉਹਦੀ ਨਿੰਦਾ ਕਰ ਦੇਵੇ, ਉਹਨੂੰ ਮਾੜਾ ਆਖ ਦੇਵੇ ਕਿ ਤੇਰੇ 'ਚ ਆਹ ਕਮੀਆਂ ਨੇ, ਤਾਂ ਉਹ ਬੰਦਾ ਉਹਦਾ ਭਲਾ ਨਹੀਂ ਸੀ ਚਾਹੁੰਦਾ। ਜਿਹੜਾ ਭਲਾ ਚਾਹੁੰਦਾ ਹੈ ਉਹ ਚੁੱਪਚਾਪ ਉਹਦੇ ਘਰ ਜਾ ਕੇ ਜਾਂ ਉਹਨੂੰ ਪਾਸੇ ਕਰਕੇ ਉਹਨੂੰ ਗੱਲ ਦੱਸ ਦੇਗਾ। ਪਰ ਜਿਹੜਾ ਬੰਦਾ ਉਹਦਾ ਤਮਾਸ਼ਾ ਬਣਾਉਣਾ ਚਾਹੁੰਦਾ ਹੈ, ਉਹ ਸਾਰਿਆਂ ਵਿੱਚ ਰੌਲਾ ਪਾਏਗਾ। ਇਹ ਅਗਿਆਨੀ ਬੰਦੇ ਦਾ ਲੱਛਣ ਹੈ। ਗਿਆਨੀ ਬੰਦਾ ਚੁੱਪਚਾਪ ਮਲਕ ਦੇਣਾ ਉਹਨੂੰ ਕਹਿ ਦੇਗਾ ਕਿ ਕਿਸੇ ਹੋਰ ਨੂੰ ਨਾ ਪਤਾ ਚੱਲੇ, ਉਹਦਾ ਪਰਦਾ ਵੀ ਕੱਜਿਆ ਜਾਏ ਤੇ ਗੱਲ ਵੀ ਹੋ ਜਾਏ ਇਸ ਢੰਗ ਨਾਲ। ਇਸ ਲਈ ਸਤਿਗੁਰੂ ਕਹਿੰਦੇ ਗੁਰਮੁਖ ਗਿਆਨ, ਗੁਰੂ ਦੇ ਸਨਮੁਖ ਜੁੜ ਕੇ ਗਿਆਨ ਹਾਸਲ ਹੁੰਦਾ ਹੈ। ਗੁਰਮੁਖ ਧਿਆਨ, ਗੁਰੂ ਦੇ ਚਰਨਾਂ ਨਾਲ ਜੁੜ ਕੇ ਹੀ ਅਸੀਂ ਧਿਆਨ ਨੂੰ ਹਾਸਲ ਕਰਦੇ ਹਾਂ। ਧਿਆਨ ਉਸ ਵਾਹਿਗੁਰੂ ਦੇ ਚਰਨਾਂ ਦਾ। ਜਿਵੇਂ ਇੱਥੇ ਗੁਰੂ ਦੇ ਦਰ ਆਪਾਂ ਬੈਠੇ ਹਾਂ, ਇਸ ਲਈ ਬੈਠੇ ਹਾਂ ਕਿ ਸਾਡੀ ਸੁਰਤ, ਸਾਡਾ ਧਿਆਨ ਉਸ ਵਾਹਿਗੁਰੂ ਵਿੱਚ ਲੱਗੇ। ਧਿਆਨ, ਸਾਡੇ ਧਿਆਨ ਵਿੱਚ ਗੁਰੂ ਆ ਜਾਏ। ਜਦੋਂ ਧਿਆਨ ਵਿੱਚ ਗੁਰੂ ਆ ਗਿਆ, ਫਿਰ ਕੁਝ ਹੋਰ ਕਰਨ ਦੀ ਜ਼ਰੂਰਤ ਨਹੀਂ। ਇਸ ਕਰਕੇ ਅਸੀਂ ਪਾਠ, ਕੀਰਤਨ, ਕਥਾ, ਸਿਮਰਨ, ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ, ਇਹਨਾਂ ਕੰਮਾਂ ਨੂੰ ਕਰਦੇ ਹਾਂ ਤਾਂ ਕਿ ਸਾਡਾ ਧਿਆਨ ਲੱਗੇ, ਵਾਹਿਗੁਰੂ ਵਿੱਚ ਲੱਗੇ। ਇਸ ਲਈ ਪਹਿਲਾਂ ਪਹਿਲ ਕਿਸੇ ਇੱਕ ਚੀਜ਼ ਦੇ ਉੱਤੇ ਟਿਕਣਾ ਹੁੰਦਾ, ਕਿਸੇ ਇੱਕ ਚੀਜ਼ ਤੇ। ਇੱਥੇ ਅਸੀਂ ਬੈਠੇ ਹਾਂ, ਗੁਰਦੁਆਰੇ ਦੇ ਵਿੱਚ ਗੁਰੂ ਤੋਂ ਬਿਨਾਂ ਕੁਛ ਵੀ ਨਹੀਂ ਹੁੰਦਾ। ਹੋਰ ਗੁਰੂ ਤੋਂ ਬਿਨਾਂ ਕੁਛ ਵੀ ਨਹੀਂ, ਸਿਰਫ ਗੁਰੂ ਬਸ, ਹੋਰ ਕੁਛ ਨਹੀਂ ਹੈ। ਬਾਕੀ ਸਭ ਖਾਲੀ ਹੈ। ਕੋਈ ਕਿਸੇ ਤਰ੍ਹਾਂ ਦੀ ਤਸਵੀਰ ਨਹੀਂ ਇੱਥੇ ਅਲਾਉ ਹੈ, ਕੋਈ ਕਿਸੇ ਤਰ੍ਹਾਂ ਦੀ ਮੂਰਤੀ ਅਲਾਉ ਨਹੀਂ ਹੈ, ਕੁਛ ਵੀ ਅਲਾਉਡ ਨਹੀਂ ਹੈ, ਸਿਰਫ ਸ਼ਬਦ ਤੋਂ ਬਿਨਾਂ, ਗੁਰੂ ਗ੍ਰੰਥ ਤੋਂ ਬਿਨਾਂ ਬਸ। ਕਿ ਸਿਰਫ ਤੇ ਸਿਰਫ ਸਾਡਾ ਧਿਆਨ ਗੁਰੂ ਦੇ ਸ਼ਬਦ ਵਿੱਚ ਹੋਵੇ ਬਸ। ਇਸ ਢੰਗ ਨਾਲ ਜਦੋਂ ਅਸੀਂ ਇਸ ਢੰਗ ਨਾਲ ਜੁੜ ਜਾਂਦੇ ਹਾਂ ਗੁਰੂ ਨਾਲ, ਇਸ ਤਰ੍ਹਾਂ ਜਦੋਂ ਸਾਡੀ ਗੁਰੂ ਨਾਲ ਸਾਂਝ ਪੈ ਜਾਂਦੀ ਹੈ, ਫਿਰ ਗੱਲ ਬਣਦੀ ਹੈ। ਫਿਰ ਸਤਿਗੁਰੂ ਕਹਿੰਦੇ ਧਿਆਨ, ਗੁਰੂ ਦੇ ਚਰਨਾਂ ਨਾਲ ਧਿਆਨ ਜੁੜ ਗਿਆ। ਗੁਰਮੁਖ ਗਿਆਨ, ਗੁਰਮੁਖ ਧਿਆਨ, ਗੁਰਮੁਖ ਗਿਆਨ, ਧਿਆਨ, ਮਨ ਮੰਨ ਜਾਂਦਾ ਹੈ। ਫਿਰ ਮਨ ਲੱਗ ਗਿਆ ਉਹਦੇ ਵਿੱਚ,
ਮਨ ਜੁੜ ਗਿਆ। ਗੁਰਮੁਖ ਮਹਿਲੀ ਮਹਿਲ ਪਛਾਣ, ਗੁਰੂ ਦੇ ਮਹਿਲ ਰਾਹੀਂ ਵਾਹਿਗੁਰੂ ਦੇ ਮਹਿਲ ਨੂੰ ਪਛਾਣ ਲਈਦਾ। ਗੁਰੂ ਦੇ ਮਹਿਲ ਰਾਹੀਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਉਸ ਵਾਹਿਗੁਰੂ ਨਾਲ ਜੁੜ ਗਏ। ਇਸ ਲਈ ਖਿਆਲ ਰੱਖਣਾ, ਇੱਕ ਮਹਿਲ ਸਾਡਾ ਹੈ, ਇਹ ਸਾਡਾ ਸਰੀਰ, ਦੂਸਰਾ ਮਹਿਲ ਗੁਰੂ ਹੈ, ਤੇ ਤੀਸਰਾ ਪਰਮੇਸ਼ਰ। ਆਪਣੇ ਰਾਹੀਂ ਪਹਿਲਾਂ ਗੁਰੂ ਨੂੰ ਜਾਣਿਆ, ਫਿਰ ਗੁਰੂ ਰਾਹੀਂ ਫਿਰ ਉਸ ਵਾਹਿਗੁਰੂ ਨੂੰ। ਇਸ ਲਈ ਅਸੀਂ ਆਪਣੇ ਸਰੀਰ ਰਾਹੀਂ ਗੁਰੂ ਦੇ ਦਰ ਆ ਗਏ, ਹੁਣ ਗੁਰੂ ਦੇ ਰਾਹੀਂ ਵਾਹਿਗੁਰੂ ਦੇ ਦਰ ਅੱਪੜ ਜਾਣਾ। ਇਸ ਲਈ ਗੁਰਮੁਖ ਮਹਿਲੀ ਮਹਿਲ ਪਛਾਣ, ਉਹਦੇ ਰਾਹੀਂ ਉਹਦੇ ਨਾਲ ਜੁੜ ਜਾਈਦਾ ਹੈ। ਗੁਰਮੁਖ ਸੁਰਤ ਸ਼ਬਦ ਨਿਸ਼ਾਨ, ਗੁਰੂ ਦੇ ਚਰਨਾਂ ਨਾਲ ਜੁੜਨ ਵਾਲੇ ਗੁਰਮੁਖ ਦੇ ਮਨ ਅੰਦਰ, ਉਹਦੀ ਸੁਰਤ ਅੰਦਰ ਗੁਰੂ ਦਾ ਸ਼ਬਦ ਵਸ ਗਿਆ। ਇਹੀ ਨਿਸ਼ਾਨ, ਨਿਸ਼ਾਨ ਰਾਹਦਾਰੀ। ਰਾਹਦਾਰੀ, ਰਾਹਦਾਰੀ ਬੜੀ ਜ਼ਰੂਰੀ ਹੁੰਦੀ ਹੈ। ਤੁਸੀਂ ਬੱਸ ਵਿੱਚ ਸਫ਼ਰ ਕਰੋ ਤਾਂ ਟਿਕਟ ਜ਼ਰੂਰੀ ਹੁੰਦੀ ਹੈ, ਤੁਸੀਂ ਟ੍ਰੇਨ ਵਿੱਚ ਜਾਓ ਤਾਂ ਟਿਕਟ ਜ਼ਰੂਰੀ ਹੈ, ਤੁਸੀਂ ਹਵਾਈ ਜਹਾਜ਼ ਵਿੱਚ ਸਫ਼ਰ ਕਰੋ ਤਾਂ ਤੁਹਾਨੂੰ ਹਵਾਈ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਬੋਰਡਿੰਗ ਪਾਸ ਚਾਹੀਦਾ ਹੈ, ਉਹਦੇ ਤੋਂ ਬਿਨਾਂ ਅੰਦਰ ਐਂਟਰੀ ਨਹੀਂ ਮਿਲਣੀ। ਉਹ ਰਾਹਦਾਰੀ ਹੈ ਇੱਕ ਥਾਂ ਤੋਂ ਦੂਸਰੀ ਥਾਂ ਪਹੁੰਚਾਉਣ ਲਈ। ਤੇ ਇੱਥੇ ਰਾਹਦਾਰੀ ਕੀ ਹੈ? ਇੱਥੇ ਰਾਹਦਾਰੀ ਹੈ ਸਾਡੀ ਸੁਰਤ ਵਿੱਚ ਗੁਰੂ ਦਾ ਸ਼ਬਦ, ਇਹ ਸਾਨੂੰ ਪਹੁੰਚਾਏਗਾ। ਇਸ ਲਈ ਗੁਰੂ ਦੇ ਸ਼ਬਦ ਨੂੰ ਸੁਰਤ ਵਿੱਚ ਵਸਾਉਣ ਦੇ ਲਈ ਅਸੀਂ ਰੋਜ਼ ਇੱਥੇ ਬੈਠ ਕੇ ਕੀਰਤਨ ਕਥਾ ਕਰਦੇ ਹਾਂ ਕਿ ਸ਼ਬਦ ਸਾਡੀ ਸੁਰਤ ਵਿੱਚ ਵਸੇ। ਰੋਜ਼ ਤੁਸੀਂ ਘਰ ਬਹਿ ਕੇ ਨਿਤਨੇਮ ਕਰਦੇ ਹੋ, ਬਾਣੀ ਪੜ੍ਹਦੇ ਹੋ ਜਾਂ ਸਹਿਜ ਪਾਠ ਕਰਦੇ ਹੋ ਕਿ ਉਹਦਾ ਸ਼ਬਦ ਸਾਡੀ ਸੁਰਤ ਵਿੱਚ ਵਸੇ, ਉਹ ਸਾਡੇ ਲਈ ਨਿਸ਼ਾਨ ਬਣ ਜਾਵੇ। ਸਤਿਗੁਰੂ ਕਹਿੰਦੇ ਗੁਰਮੁਖ ਸੁਰਤ ਸ਼ਬਦ ਨਿਸ਼ਾਨ, ਐਸੇ ਪ੍ਰੇਮ ਭਗਤ ਵਿਚਾਰੀ। ਐਸੇ ਨੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਨੂੰ ਕਰਨ ਵਾਲੇ ਵਿਚਾਰੀ ਮਨੁੱਖ, ਵਿਚਾਰਵਾਨ ਸਿਆਣੇ। ਗੁਰਮੁਖ ਸਾਚ ਨਾ, ਸਾਚਾ ਨਾਮ ਮੁਰਾਰੀ। ਗੁਰੂ ਦੇ ਸਨਮੁਖ ਹੋਣ ਵਾਲਾ ਇਹ ਜਾਣ ਗਿਆ ਕਿ ਵਾਹਿਗੁਰੂ ਦਾ ਨਾਮ ਹੀ ਸੱਚਾ ਹੈ, ਉਸ ਮੁਰਾਰੀ ਦਾ, ਉਸ ਪਰਮੇਸ਼ਰ ਦਾ ਨਾਮ ਹੀ ਸੱਚਾ। ਪ੍ਰੇਮਾ ਭਗਤੀ ਨਾਲ ਹੀ ਜਾਣੀਦਾ ਹੈ ਕਿ ਉਹੀ ਸਭ ਤੋਂ ਉੱਤਮ। ਇਸ ਲਈ ਪ੍ਰੇਮਾ ਭਗਤੀ ਕਰਨ ਵਾਲੇ ਉਹ ਹੋਰ ਸਭ ਕਰਮ ਕਾਂਡਾਂ ਤੋਂ ਮੁਕਤ ਹੋ ਗਏ। ਉਹ ਗਾਉਂਦੇ ਫਿਰਦੇ ਨੇ ਪ੍ਰਮਾਤਮਾ ਦੇ ਗੀਤ, ਉਹ ਝੂਮਦੇ ਫਿਰਦੇ ਨੇ ਉਹਦੇ ਰਸ ਵਿੱਚ, ਉਹਦੇ ਆਨੰਦ ਵਿੱਚ। ਇਸ ਤਰ੍ਹਾਂ ਗਾਉਂਦੇ ਨੇ। ਇਸ ਲਈ ਸਤਿਗੁਰੂ ਕਹਿੰਦੇ ਉਹ ਰੱਬ ਦੇ ਪਿਆਰੇ, ਉਹ ਪਰਮੇਸ਼ਰ ਦੇ ਪਿਆਰੇ। ਗੁਰਮੁਖ ਸਾਚਾ ਨਾਮ ਮੁਰਾਰੀ, ਉਹਨਾਂ ਦੇ ਮਨ ਵਿੱਚ ਸੱਚਾ ਵਾਹਿਗੁਰੂ ਹੀ ਹੈ ਬਸ। ਰਹਾਉ ਐਹਨਿਸ ਨਿਰਮਲ ਥਾਨ ਸੁਥਾਨ। ਸਤਿਗੁਰੂ ਕਹਿੰਦੇ ਉਹ ਵਾਹਿਗੁਰੂ ਬੜਾ ਨਿਰਮਲ ਹੈ, ਪਵਿੱਤਰ। ਤੇ ਉਹ ਕਿੱਥੇ ਵਸਦਾ ਹੈ? ਸਤਿਗੁਰੂ ਕਹਿੰਦੇ ਜਿਹੜੀ ਥਾਂ ਪਵਿੱਤਰ ਹੋ ਜਾਂਦੀ। ਹੁਣ ਥਾਂ ਕਿਹੜੀ ਪਵਿੱਤਰ ਹੈ? ਇੱਥੇ ਭਾਵ ਸਾਡਾ ਹਿਰਦਾ ਹੈ, ਬਾਹਰਲੀਆਂ ਥਾਵਾਂ ਦੀ ਗੱਲ ਨਹੀਂ ਹੈ। ਇੱਥੇ ਗੱਲ ਸਾਡੇ ਅੰਦਰ ਵੀ ਹੈ। ਜਿਹਦਾ ਹਿਰਦਾ ਨਿਰਮਲ ਹੋ ਗਿਆ, ਜਿਹੜਾ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਵਾਸਤੇ ਤਿਆਰ ਹੋ ਗਿਆ, ਸਤਿਗੁਰੂ ਕਹਿੰਦੇ ਉਹ ਹਿਰਦਾ ਨਿਰਮਲ ਹੋ ਜਾਂਦਾ ਹੈ। ਉਸ ਬੰਦੇ ਦਾ ਦਿਲ ਪਵਿੱਤਰ ਹੋ ਗਿਆ ਜਦੋਂ ਉਹਨੂੰ ਬਿਠਾਉਣ ਵਾਸਤੇ ਅਸੀਂ ਰਾਜ਼ੀ ਹੋ ਗਏ। ਤਾਂ ਉਹ ਨਿਰਮਲ ਵਾਹਿਗੁਰੂ ਜਿਵੇਂ ਹੀ ਸਾਡੇ ਹਿਰਦੇ ਵਿੱਚ ਵਸਦਾ ਹੈ, ਸਤਿਗੁਰੂ ਕਹਿੰਦੇ ਸਭ ਜਗ੍ਹਾ ਪਵਿੱਤਰ, ਸਭ ਤਨ ਮਨ ਪਵਿੱਤਰ ਹੋ ਗਿਆ ਉਹਦੇ ਆਉਣ ਕਰਕੇ, ਉਹਦੇ ਆਗਮਨ ਕਰਕੇ। ਇਸ ਲਈ ਸਤਿਗੁਰੂ ਕਹਿੰਦੇ ਐਹਨਿਸ ਨਿਰਮਲ ਥਾਨ ਸੁਥਾਨ। ਦਿਨ ਰਾਤ
ਹੁਣ ਇਹ ਹਿਰਦਾ, ਇਹ ਸੁਰਤ, ਇਹ ਮਨ ਪਵਿੱਤਰ। ਤੀਨ ਭਵਨ ਨਿਹ ਕੇਵਲ ਗਿਆਨ। ਗੁਰੂ ਦੇ ਗਿਆਨ ਨੂੰ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਵਸਾ ਲਿਆ, ਜਿਨ੍ਹਾਂ ਨੇ ਆਪਣੀ ਸੁਰਤ ਵਿੱਚ ਗੁਰੂ ਦਾ ਗਿਆਨ ਧਾਰਨ ਕਰ ਲਿਆ, ਜਿਨ੍ਹਾਂ ਨੂੰ ਸੋਝੀ ਆ ਗਈ, ਸਤਿਗੁਰੂ ਕਹਿੰਦੇ ਉਹਨਾਂ ਨੂੰ ਪਤਾ ਚੱਲ ਗਿਆ ਕਿ ਉਹ ਵਾਹਿਗੁਰੂ ਨਿਹ ਕੇਵਲ। ਨਿਹ ਕੇਵਲ ਮਤਲਬ ਵਾਸਨਾ ਰਹਿਤ, ਉਹਨੂੰ ਕਿਸੇ ਕਿਸਮ ਦੀ ਕੋਈ ਵਾਸਨਾ ਨਹੀਂ ਹੈ। ਪਰਮੇਸ਼ਰ ਨੂੰ ਕੋਈ ਵਾਸਨਾ ਨਹੀਂ। ਇਸ ਲਈ ਮਤਾ ਕਿਤੇ ਇਹ ਖਿਆਲ ਰੱਖਣਾ ਕਿ ਵਾਹਿਗੁਰੂ ਵੀ ਸ਼ਾਇਦ ਵਾਸਨਾਗ੍ਰਸਤ ਹੈ, ਉਹਨੂੰ ਕੋਈ ਵਾਸਨਾ ਨਹੀਂ ਹੈ। ਅਸੀਂ ਲੋਕ ਵਾਸਨਾਗ੍ਰਸਤ ਹੁੰਦੇ ਹਾਂ, ਪਰ ਪਰਮੇਸ਼ਰ ਨਹੀਂ। ਅਸੀਂ ਲੋਕ ਆਪਣੀ ਖੁਸ਼ਾਮਦ ਕਰਾ ਕੇ ਖੁਸ਼ ਹੁੰਦੇ ਹਾਂ, ਪਰ ਪਰਮੇਸ਼ਰ ਨਹੀਂ। ਜੇ ਪ੍ਰਮਾਤਮਾ ਵੀ ਸਾਡੇ ਵਾਂਗੂ ਆਪਣੀ ਸਿਫਤ ਕਰਾ ਕੇ ਖੁਸ਼ ਹੁੰਦਾ ਤਾਂ ਫਿਰ ਸਾਡੇ ਅੰਦਰ ਤੇ ਉਹਦੇ ਅੰਦਰ ਫਰਕ ਕੀ ਰਹਿੰਦਾ। ਇਸ ਲਈ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ, ਸਤਿਗੁਰੂ ਕਹਿੰਦੇ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ। ਉਹਨੂੰ ਖੁਸ਼ਾਮਦ ਨਹੀਂ ਚਾਹੀਦੀ। ਸਾਡੇ ਵੱਡੇ ਵੱਡੇ ਕਹਿਣ ਨਾਲ ਉਹ ਵੱਡਾ ਨਹੀਂ ਹੋ ਜਾਂਦਾ, ਅਸੀਂ ਨਾ ਵੱਡਾ ਕਹੀਏ ਤਾਂ ਉਹ ਛੋਟਾ ਨਹੀਂ ਹੋ ਜਾਂਦਾ। ਇਸ ਲਈ ਉਹ ਖੁਸ਼ਾਮਦ ਦਾ ਭੁੱਖਾ ਨਹੀਂ ਹੈ, ਉਹ ਵਾਸਨਾ ਤੋਂ ਰਹਿਤ ਹੈ। ਕੋਈ ਬੰਦਾ ਉਹਦੀਆਂ ਦਾਤਾਂ ਲੈ ਕੇ ਮੁੱਕਰ ਜਾਂਦਾ ਤਾਂ ਸਤਿਗੁਰੂ ਕਹਿੰਦੇ ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਸ ਨੂੰ ਬੇਅੰਤ ਲੋਕ ਨੇ ਉਹਦੇ ਕੋਲੋਂ ਦਾਤਾਂ ਲੈ ਕੇ ਮੁੱਕਰ ਜਾਂਦੇ ਨੇ, ਸਤਿਗੁਰੂ ਕਹਿੰਦੇ ਉਹ ਆਨੰਦ ਵਿੱਚ ਹੈ। ਸਾਡੇ ਕੋਲੋਂ ਕੋਈ ਚੀਜ਼ ਬੰਦਾ ਲੈ ਕੇ ਮੁੱਕਰ ਜਾਏ ਤਾਂ ਅਸੀਂ ਉਹਦੇ ਨਾਲ ਈਰਸ਼ਾ, ਉਹਦੇ ਨਾਲ ਨਫ਼ਰਤ ਕਰਨ ਲੱਗ ਜਾਂਦੇ ਹਾਂ। ਕਿਸੇ ਨੇ ਤੁਹਾਡੇ ਕੋਲੋਂ ਪੈਸੇ ਲਏ ਤੇ ਉਸਨੇ ਹੁਣ ਵਾਪਸ ਨਹੀਂ ਕੀਤੇ ਤੇ ਹੁਣ ਉਹਦੇ ਨਾਲ ਅਸੀਂ ਵੈਰ ਪਾ ਲਿਆ। ਉਹਨੇ ਅਹਿਸਾਨ ਵੀ ਨਹੀਂ ਜਣਾਇਆ ਤੁਹਾਡਾ, ਧੰਨਵਾਦ ਵੀ ਨਹੀਂ ਕੀਤਾ ਕਿ ਹਾਂ ਇਸ ਬੰਦੇ ਨੇ ਔਖੇ ਵੇਲੇ ਮੇਰੀ ਮਦਦ ਕੀਤੀ ਸੀ। ਉਹਨੇ ਤੁਹਾਡਾ ਸ਼ੁਕਰੀਆ ਵੀ ਨਹੀਂ ਕੀਤਾ, ਭੁਲਾ ਹੀ ਦਿੱਤਾ ਇਸ ਗੱਲ ਨੂੰ। ਅਸੀਂ ਉਸ ਬੰਦੇ ਨਾਲ ਵੈਰ ਪਾ ਲੈਂਦੇ, ਬੰਦਾ ਚੰਗਾ ਨਹੀਂ। ਪਰਮਾਤਮਾ ਦੇ ਕੋਲੋਂ ਪਤਾ ਨਹੀਂ ਕਿੰਨੇ ਕੁ ਲੋਕ ਦਾਤਾਂ ਲੈ ਲੈ ਕੇ ਮੁੱਕਰ ਜਾਂਦੇ ਨੇ, ਭੁੱਲ ਜਾਂਦੇ ਨੇ ਤੇ ਆਖ ਵੀ ਦਿੰਦੇ ਨੇ ਰੱਬ ਨੇ ਸਾਨੂੰ ਕੀ ਦਿੱਤਾ। ਸਤਿਗੁਰੂ ਕਹਿੰਦੇ ਉਹ ਕਦੇ ਨਹੀਂ ਚਿਤਾਰਦਾ। ਇਸ ਲਈ ਉਹ ਨਿਹ ਕੇਵਲ ਵਾਸਨਾ ਰਹਿਤ ਹੈ। ਇਹੀ ਚੀਜ਼ ਉਹਨੂੰ ਸਾਡੇ ਨਾਲੋਂ ਅਲੱਗ ਕਰ ਦਿੰਦੀ ਹੈ, ਸਭ ਤੋਂ ਵੱਖਰਾ। ਤੀਨ ਭਵਨ, ਤਿੰਨਾਂ ਭਵਨਾਂ ਵਿੱਚ ਨਿਹ ਕੇਵਲ ਹੈ। ਇਸ ਗੱਲ ਦਾ ਗਿਆਨ ਹੋ ਗਿਆ ਕਿ ਉਹਨੂੰ ਇਸ ਤਰ੍ਹਾਂ ਪ੍ਰਸੰਨ ਨਹੀਂ ਕੀਤਾ ਜਾ ਸਕਦਾ ਕਿ ਤੁਸੀਂ ਉਸ ਨੂੰ ਥੋੜ੍ਹਾ ਬਹੁਤ ਦਾਨ ਦੇ ਕੇ ਪ੍ਰਸੰਨ ਕਰ ਲਓਗੇ। ਉਹ ਐਵੇਂ ਪ੍ਰਸੰਨ ਨਹੀਂ ਹੁੰਦਾ ਕਿ ਥੋੜ੍ਹੇ ਬਹੁਤ ਧਾਰਮਿਕ ਕਰਮ ਕਰੋਗੇ ਤੇ ਰੱਬ ਖੁਸ਼ ਹੋ ਜਾਏਗਾ। ਉਹ ਇੰਜ ਨਹੀਂ ਰੀਝਦਾ। ਇਸ ਲਈ ਤੇ ਸਤਿਗੁਰੂ ਨੇ ਕਿਹਾ, ਨਾ ਤੂੰ ਆਵੈਂ ਵਸ ਬਹੁਤ ਘਿਣਾਣਵੈਂ, ਨਾ ਤੂੰ ਆਵੈਂ ਵਸ ਬਹੁਤਾ ਦਾਨ ਦੇ, ਨਾ ਤੂੰ ਆਵੈਂ ਵਸ ਤੀਰਥ ਨਹਾਈਐ, ਨਾ ਤੂੰ ਆਵੈਂ ਵਸ ਧਰਤੀ ਧਾਈਐ। ਐਵੇਂ ਨਹੀਂ ਨਾ ਵਸ ਆਉਂਦਾ ਉਹ। ਨਾ ਤੂੰ ਆਵੈਂ ਵਸ ਕਿਤੇ ਸਿਆਣਪ ਹੈ, ਚਲਾਕੀਆਂ ਸਿਆਣਪਾਂ ਨਾਲ ਵੀ ਨਹੀਂ ਵਸ ਆਉਂਦਾ। ਇਸ ਲਈ ਐਵੇਂ ਨਹੀਂ ਉਹ ਵਾਸਨਾ ਰਹਿਤ ਹੈ। ਇਸ ਗੱਲ ਦਾ ਗਿਆਨ ਹੋ ਗਿਆ, ਇਸ ਗੱਲ ਦੀ ਸੋਝੀ ਆ ਗਈ। ਸਾਚੇ ਗੁਰ ਤੇ ਹੁਕਮ ਪਛਾਣ। ਸਤਿਗੁਰੂ ਕਹਿੰਦੇ ਸੱਚੇ ਗੁਰੂ ਦੇ ਹੁਕਮ ਤੋਂ ਉਸ ਨੂੰ ਪਛਾਣ। ਸੱਚੇ ਗੁਰੂ ਦਾ ਹੁਕਮ ਪਛਾਣ ਲੈ, ਉਹਦੇ ਹੁਕਮ ਨੂੰ ਜਾਣ ਲੈ ਕਿ ਵਾਹਿਗੁਰੂ ਦਾ ਹੁਕਮ ਕੀ, ਉਹਦੀ ਰਜ਼ਾ ਕੀ। ਜਿਹੜਾ ਉਹਦੀ ਰਜ਼ਾ ਵਿੱਚ ਰਾਜ਼ੀ ਹੋ ਗਿਆ, ਸਤਿਗੁਰੂ ਕਹਿੰਦੇ ਉਹ ਵਾਹਿਗੁਰੂ ਨੂੰ ਭਾ ਗਿਆ, ਉਹ ਪਰਮੇਸ਼ਰ ਨੂੰ ਭਾ ਗਿਆ। ਸਾਚੇ ਗੁਰ ਤੇ ਸੱਚੇ ਗੁਰੂ ਦੁਆਰਾ ਹੁਕਮ ਪਛਾਣ, ਵਾਹਿਗੁਰੂ ਦੇ ਹੁਕਮ ਨੂੰ ਪਛਾਣ, ਕਿਉਂਕਿ ਉਹਦੀ ਰਜ਼ਾ ਵਿੱਚ ਚੱਲਣ ਵਾਲੇ ਹੀ ਉਹਦੀ ਰਹਿਮਤ ਹਾਸਲ ਕਰਦੇ ਨੇ। ਸਾਚਾ ਹਰਖ ਨਾਹੀ ਤਿਸ ਸੋਗ। ਉਹ ਵਾਹਿਗੁਰੂ ਆਪ ਸੱਚਾ ਹੈ ਤੇ ਉਹਦਾ ਹਰਖ, ਉਹਦੀ ਖੁਸ਼ੀ, ਉਹਦਾ ਆਨੰਦ ਵੀ ਸੱਚਾ। ਸੱਚਾ ਕਿਉਂ ਹੈ? ਕਿਉਂਕਿ ਉਹਦੇ ਘਰ ਦੇ ਵਿੱਚ ਕਦੇ ਸੋਗ ਨਹੀਂ ਹੁੰਦਾ। ਨਾ ਹੀ ਤਿਸ ਸੋਗ, ਉਹਦੇ ਘਰ ਵਿੱਚ ਕਦੇ ਸੋਗ ਨਹੀਂ। ਸਾਡੇ ਘਰ ਵਿੱਚ ਅੱਜ ਸੁੱਖ ਹੈ ਤੇ ਕੱਲ ਨੂੰ ਦੁੱਖ ਵੀ ਹੋ ਸਕਦਾ ਹੈ, ਅੱਜ ਦੁੱਖ ਹੈ ਤੇ ਕੱਲ ਨੂੰ ਸੁੱਖ ਵੀ ਹੋ ਸਕਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਇੱਕੋ ਇੱਕ ਸਿਰਫ ਤੇ ਸਿਰਫ ਉਸ ਵਾਹਿਗੁਰੂ ਦਾ ਘਰ ਹੈ ਜਿੱਥੇ ਹਮੇਸ਼ਾ ਹੀ ਆਨੰਦ ਹੈ। ਤੇਰਾ ਘਰ ਆਨੰਦ ਵਧਾਈ ਤੁਧ ਕਰ।
ਵਾਹਿਗੁਰੂ ਦੇ ਘਰ ਵਿੱਚ ਹਮੇਸ਼ਾ ਹੀ ਆਨੰਦ, ਹਮੇਸ਼ਾ ਹੀ ਵਧਾਈਆਂ, ਕਿਉਂਕਿ ਨਾ ਉੱਥੇ ਜਨਮ ਹੈ ਨਾ ਉੱਥੇ ਮੌਤ ਹੈ, ਉਹ ਸਭ ਕਾਸੇ ਤੋਂ ਰਹਿਤ ਹੈ। ਸਾਚਾ ਹਰਖ ਨਾਹੀ ਤਿਸ ਸੋਗ, ਅੰਮ੍ਰਿਤ ਗਿਆਨ ਮਹਾਰਸ ਭੋਗ। ਸਤਿਗੁਰੂ ਕਹਿੰਦੇ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਆਪਣੇ ਹਿਰਦੇ ਵਿੱਚ ਵਸਾ, ਉਹਦੇ ਅੰਮ੍ਰਿਤਮਈ ਗਿਆਨ ਨੂੰ ਧਾਰਨ ਕਰ। ਤੇ ਜਿਨ੍ਹਾਂ ਨੇ ਅੰਮ੍ਰਿਤਮਈ ਗਿਆਨ ਹਾਸਲ ਕੀਤਾ, ਸਤਿਗੁਰੂ ਕਹਿੰਦੇ ਮਹਾਰਸ ਨੂੰ ਉਹਨਾਂ ਨੇ ਭੋਗਿਆ। ਮਹਾਰਸ ਜਿਹੜਾ ਸਭ ਤੋਂ ਉੱਤਮ ਮਹਾਰਸ ਉਹਨਾਂ ਨੂੰ ਹਾਸਲ ਹੋਇਆ। ਪੰਜ ਸਮਾਈ ਸੁਖੀ ਸਭ ਲੋਕ, ਜਿਨ੍ਹਾਂ ਦੇ ਅੰਦਰਲੇ ਪੰਜ ਵਿਕਾਰ ਉਹ ਸਮਾ ਗਏ, ਮਿਟ ਗਏ, ਉਹ ਲੋਕ ਸੁਖੀ ਹੋ ਗਏ। ਪੰਜ ਸਮਾਈ ਸੁਖੀ ਸਭ ਲੋਕ। ਸਤਿਗੁਰੂ ਕਹਿੰਦੇ ਉਹ ਸਾਰੇ ਲੋਕ ਸੁਖੀ ਹੋ ਗਏ ਜਿਨ੍ਹਾਂ ਦੇ ਅੰਦਰੋਂ ਪੰਜ ਵਿਕਾਰ ਮਿਟ ਗਏ, ਜਿਨ੍ਹਾਂ ਨੇ ਕਾਮ ਕ੍ਰੋਧ ਨੂੰ ਮਿਟਾ ਲਿਆ, ਉਹਨਾਂ ਨੇ ਸੁਖ ਪ੍ਰਾਪਤ ਕੀਤਾ। ਸਗਲੀ ਜੋਤ ਤੇਰਾ ਸਭ ਕੋਈ, हे ਸੱਚੇ ਪਾਤਸ਼ਾਹ ਇਹ ਸਾਰਿਆਂ ਦੇ ਵਿੱਚ ਤੇਰੀ ਜੋਤ ਹੈ। ਇਹ ਜਿੰਨੀ ਸ੍ਰਿਸ਼ਟੀ ਹੈ ਨਾ, ਇਸ ਸਾਰੀ ਸ੍ਰਿਸ਼ਟੀ ਵਿੱਚ ਤੇਰੀ ਜੋਤ ਸਮਾਈ ਹੋਈ। ਸਾਰਾ ਸੰਸਾਰ ਤੇਰਾ, ਤੇਰਾ ਸਭ ਕੋਈ, ਇਹ ਸਾਰੇ ਜੀਵ ਸਾਰੇ ਤੇਰੇ ਨੇ, ਹਰ ਕੋਈ ਤੇਰਾ ਹੀ ਹੈ, ਤੇਰਾ ਪੈਦਾ ਕੀਤਾ ਹੋਇਆ। ਆਪੇ ਜੋੜ ਵਿਛੋੜੇ ਸੋਈ, ਤੂੰ ਆਪ ਹੀ ਜੋੜਦਾ ਤੇ ਆਪ ਹੀ ਵਿਛੋੜ ਦਿੰਦਾ। ਉਸ ਵਾਹਿਗੁਰੂ ਨੇ ਆਪ ਹੀ ਜੋੜਿਆ, ਉਹਨੇ ਸਾਨੂੰ ਸਭ ਨੂੰ ਜੋੜ ਦਿੱਤਾ। ਸਾਡੇ ਪਰਿਵਾਰ ਵਿੱਚ ਸਾਡੇ ਜੀ, ਸਾਡੇ ਸਾਰੇ ਇਕੱਠੇ ਕਰ ਦਿੱਤੇ ਉਹਨੇ, ਤੇ ਫਿਰ ਆਪ ਹੀ ਇੱਕ ਇੱਕ ਕਰਕੇ ਉਹਨਾਂ ਨੂੰ ਇਸ ਦੁਨੀਆ ਤੋਂ ਲੈ ਜਾਂਦਾ ਹੈ, ਵਿਛੋੜ ਵੀ ਦਿੰਦਾ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਉਹ ਜੋੜਦਾ ਵੀ ਹੈ ਤੇ ਵਿਛੋੜਦਾ ਵੀ ਹੈ, ਜਨਮ ਵੀ ਦਿੰਦਾ ਤੇ ਮੌਤ ਦੇ ਕੇ ਵਿਛੋੜ ਦਿੰਦਾ, ਜਨਮ ਦੇ ਕੇ ਜੋੜ ਦਿੰਦਾ। ਇਸ ਤਰ੍ਹਾਂ ਜੋੜ ਵਿਛੋੜ ਉਹਦੇ ਇਸ ਸੰਸਾਰ ਵਿੱਚ ਚੱਲਦਾ ਰਹਿੰਦਾ। ਜੋ ਆਪੇ ਜੋੜ ਵਿਛੋੜੇ ਸੋਈ, ਆਪੇ ਕਰਤਾ ਕਰੇ ਸੋ ਹੋਈ। ਉਹ ਵਾਹਿਗੁਰੂ ਆਪ ਜੋ ਕਰਦਾ ਉਹੀ ਹੁੰਦਾ, ਉਹੀ ਕਰਦਾ ਸਭ ਕੁਝ। ਢਾਹੇ ਉਸਾਰੇ ਹੁਕਮ ਸਮਾਵੇ। ਸਤਿਗੁਰੂ ਕਹਿੰਦੇ ਆਪ ਹੀ ਢਾਉਂਦਾ ਤੇ ਆਪ ਹੀ ਉਸਾਰਦਾ, ਢਾ ਦਿੰਦਾ ਤੇ ਫਿਰ ਉਸਾਰ ਵੀ ਦਿੰਦਾ। ਤੁਸੀਂ ਬੱਚੇ ਨੂੰ ਦੇਖੋ ਕਦੇ, ਉਹ ਆਪਣੇ, ਤੁਸੀਂ ਉਹਨੂੰ ਕੁਝ ਖੇਡਣ ਵਾਸਤੇ ਖਿਡੌਣੇ ਲਿਆ ਕੇ ਦਿੱਤੇ ਨੇ, ਉਹ ਆਪ ਹੀ ਉਹਨਾਂ ਦੇ ਨਾਲ ਘਰ ਬਣਾ ਲੈਂਦਾ, ਕੁਝ ਬਣਾ ਲੈਂਦਾ, ਫਿਰ ਆਪ ਹੀ ਤੋੜ ਸੁੱਟਦਾ। ਤੇ ਇਹ ਨਹੀਂ ਕਿ ਉਹ ਤੋੜ ਕੇ ਦੁਖੀ ਹੁੰਦਾ, ਉਹ ਤੋੜ ਕੇ ਵੀ ਪ੍ਰਸੰਨ ਹੁੰਦਾ। ਉਹ ਜਦੋਂ ਜੋੜਦਾ ਤਾਂ ਜੋੜ ਕੇ ਵੀ ਪ੍ਰਸੰਨ ਹੁੰਦਾ। ਉਹਦੀ ਪ੍ਰਸੰਨਤਾ, ਉਹਦਾ ਆਨੰਦ ਟੁੱਟਣ ਨਾਲ ਖਤਮ ਨਹੀਂ ਹੁੰਦਾ ਤੇ ਜੁੜਨ ਨਾਲ ਵੱਧਦਾ ਨਹੀਂ, ਇੱਕੋ ਜਿਹਾ ਰਹਿੰਦਾ। ਐਸਾ ਹੀ ਪਰਮੇਸ਼ਰ ਦਾ ਹੈ। ਉਹ ਆਪ ਹੀ ਜਨਮ ਦਿੰਦਾ ਹੈ, ਆਪ ਹੀ ਮੌਤ ਦੇ ਦਿੰਦਾ ਹੈ, ਆਪ ਹੀ ਸਾਜਦਾ ਹੈ, ਆਪ ਹੀ ਢਾ ਦਿੰਦਾ ਹੈ। ਇਸ ਕਰਕੇ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਉਹਦਾ ਹੁਕਮ ਜਿਹਨੇ ਸਮਝ ਲਿਆ ਉਹਨੂੰ ਇਸ ਗੱਲ ਦੀ ਸੋਝੀ ਆ ਗਈ। ਢਾਹੇ ਉਸਾਰੇ ਹੁਕਮ ਸਮਾਵੈ, ਹੁਕਮੋ ਵਰਤੈ ਜੋ ਤਿਸ ਭਾਵੈ। ਸਭ ਕੁਝ ਉਹਦਾ ਹੁਕਮ ਵਰਤ ਰਿਹਾ ਜੋ ਪ੍ਰਮਾਤਮਾ ਨੂੰ ਭਾਉਂਦਾ, ਜੋ ਵਾਹਿਗੁਰੂ ਨੂੰ ਚੰਗਾ ਲੱਗਦਾ, ਉਹੀ ਸਭ ਕੁਝ ਵਰਤ ਰਿਹਾ, ਵਾਪਰ ਰਿਹਾ। ਗੁਰਬਿਨ ਪੂਰਾ ਕੋਈ ਨਾ ਪਾਵੇ। ਗੁਰੂ ਤੋਂ ਬਿਨਾਂ ਪੂਰੇ ਪ੍ਰਮਾਤਮਾ ਨੂੰ ਕੋਈ ਪ੍ਰਾਪਤ ਨਹੀਂ ਕਰਦਾ। ਗੁਰੂ ਹੀ ਪ੍ਰਮਾਤਮਾ ਦੀ ਸੋਝੀ ਦਿੰਦਾ ਹੈ, ਗੁਰੂ ਹੀ ਪ੍ਰਮਾਤਮਾ ਦੀ ਪ੍ਰਾਪਤੀ ਕਰਾਉਂਦਾ ਹੈ। ਗੁਰਬਿਨ ਪੂਰਾ ਕੋਈ ਨਾ ਪਾਵੈ, ਬਾਲਕ ਬਿਰਧ ਨਾ ਸੁਰਤ ਪਰਾਨ। ਸਤਿਗੁਰੂ ਕਹਿੰਦੇ ਬੰਦੇ ਦਾ ਬਚਪਨ ਉਹ ਵੀ ਅਣਜਾਣਪੁਣੇ ਵਿੱਚ ਲੰਘ ਗਿਆ। ਬਚਪਨ ਵਿੱਚ ਵੀ ਇਸ ਨੇ ਪ੍ਰਮਾਤਮਾ ਨੂੰ ਆਪਣੇ ਸੁਰਤ ਵਿੱਚ ਨਹੀਂ ਵਸਾਇਆ, ਕਿਉਂਕਿ ਬਚਪਨ ਸਾਡਾ ਹੱਸਣ ਖੇਡਣ, ਆਪਣੀਆਂ ਖੇਡਾਂ ਵਿੱਚ, ਅਣਜਾਣਪੁਣੇ ਵਿੱਚ ਇੱਧਰ ਗੁਜ਼ਰ ਗਿਆ। ਬਚਪਨ ਲੰਘ ਗਿਆ ਅਣਜਾਣੇ ਵਿੱਚ। ਉਸ ਤੋਂ ਬਾਅਦ ਸਤਿਗੁਰੂ ਕਹਿੰਦੇ ਜਵਾਨੀ ਵੀ ਇਵੇਂ ਲੰਘ ਜਾਂਦੀ ਹੈ, ਨੱਚਣ ਗਾਉਣ ਵਿੱਚ, ਖਾਣ ਪੀਣ ਵਿੱਚ ਗੁਜ਼ਰ ਗਈ ਜਵਾਨੀ। ਤੇ ਬੁਢਾਪਾ ਦੁੱਖਾਂ ਵਿੱਚ ਲੰਘ ਜਾਂਦਾ। ਬੁਢਾਪਾ ਦੁੱਖਾਂ ਨਾਲ ਭਰਿਆ ਹੋਇਆ, ਰੋਗਾਂ ਨਾਲ ਭਰਿਆ ਹੋਇਆ। ਸਤਿਗੁਰੂ ਕਹਿੰਦੇ ਫਿਰ ਇਸ ਲਈ ਨਾ ਬਚਪਨ ਵਿੱਚ, ਨਾ ਜਵਾਨੀ ਵਿੱਚ, ਨਾ ਬੁਢਾਪੇ ਵਿੱਚ ਵਾਹਿਗੁਰੂ ਕਦੇ ਸੁਰਤ ਵਿੱਚ ਵਸਿਆ ਹੀ ਨਹੀਂ।
ਇਹਨਾਂ ਤਿੰਨਾਂ ਅਵਸਥਾਵਾਂ ਵਿੱਚ ਹੀ ਬੰਦਾ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਨਹੀਂ ਵਸਾ ਸਕਿਆ। ਬਾਲਕ ਬਿਰਧ, ਨਾ ਬਾਲਕ ਨਾ ਬਜ਼ੁਰਗ, ਨਾ ਬੁੱਢੇ ਹੋਇਆ, ਨਾ ਸੁਰਤ ਪ੍ਰਾਣ। ਸਤਿਗੁਰੂ ਕਹਿੰਦੇ ਨਾ ਸੁਰਤੀ ਵਿੱਚ, ਨਾ ਇਹ ਪ੍ਰਾਣ ਉਹਦੇ ਆਸਰੇ ਲਾਏ, ਨਾ ਸੁਰਤੀ ਵਿੱਚ ਉਹਨੂੰ ਵਸਾਇਆ। ਭਰ ਜੋਬਨ ਬੁੱਢਾ ਅਭਿਮਾਨ, ਤੇ ਭਰ ਜਵਾਨੀ ਵਿੱਚ ਅਭਿਮਾਨ ਵਿੱਚ ਹੀ ਡੁੱਬਾ ਰਿਹਾ, ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦਾ ਰਿਹਾ। ਜਵਾਨੀ ਹੈ ਹੀ ਐਸੀ ਹੈ ਕਿ ਬੰਦਾ ਕਿਸੇ ਨੂੰ ਕੁਛ ਸਮਝਦਾ ਹੀ ਨਹੀਂ। ਜਵਾਨੀ ਵਿੱਚ ਜਦੋਂ ਜਵਾਨੀ ਢਲ ਜਾਂਦੀ ਹੈ, ਬੁਢਾਪਾ ਪੱਲੇ ਪੈ ਜਾਂਦਾ ਹੈ, ਫਿਰ ਪਤਾ ਚੱਲਦਾ ਹੈ, ਫਿਰ ਪਤਾ ਚੱਲਦਾ ਹੈ। ਇੱਕ ਬਜ਼ੁਰਗ ਬਿਮਾਰ ਹੋ ਗਿਆ, ਡਾਕਟਰ ਨੇ ਕਿਹਾ ਕਿ ਦਵਾਈ ਲਓ ਠੀਕ ਹੋ ਜਾਓਗੇ। ਡਾਕਟਰ ਸਾਹਿਬ ਮੈਂ ਤਾਂ ਕਦੀ ਦਵਾਈ ਖਾਧੀ ਹੀ ਨਹੀਂ। ਉਹ ਲੜ ਪਿਆ ਡਾਕਟਰ ਨਾਲ, ਦਵਾਈ ਲੈ ਕੇ ਘਰ ਆ ਗਏ, ਦਵਾਈ ਖਾਧੀ ਨਹੀਂ, ਠੀਕ ਹੋ ਨਹੀਂ ਰਹੇ। ਘਰ ਦੇ ਸਾਰੇ ਜ਼ੋਰ ਲਾ ਹਟੇ ਕਿ ਬਾਪੂ ਜੀ ਦਵਾਈ ਖਾਓਗੇ ਤਾਂ ਠੀਕ ਹੋਗੇ। ਨਾ, ਮੈਂ ਕਦੇ ਦਵਾਈ ਖਾਧੀ ਨਹੀਂ। ਲੜ ਪਿਆ ਉਹ ਪਰਿਵਾਰ ਨਾਲ। ਹਫਤਾ ਗੁਜ਼ਰ ਗਿਆ, ਠੀਕ ਨਹੀਂ ਹੋਏ, ਮੈਨੂੰ ਡਾਕਟਰ ਕੋਲ ਲੈ ਕੇ ਜਾਓ। ਫਿਰ ਲੈ ਗਏ ਡਾਕਟਰ ਕੋਲ, ਡਾਕਟਰ ਨੇ ਦਵਾਈ ਦੇ ਦਿੱਤੀ। ਦਵਾਈ ਲੈ ਕੇ ਫਿਰ ਘਰ ਆ ਗਏ, ਦਵਾਈ ਫਿਰ ਨਹੀਂ ਲਈ। ਫਿਰ ਕਹਿ ਰਹੇ ਨੇ ਕਿ ਮੈਂ ਠੀਕ ਨਹੀਂ ਹੋ ਰਿਹਾ। ਠੀਕ ਕਿਵੇਂ ਹੋਵੋਗੇ? ਕਿਵੇਂ ਠੀਕ ਹੋਵੋਗੇ? ਕੋਈ ਹੋਰ ਕੋਈ ਢੰਗ ਤੇ ਹੈ ਨਹੀਂ। ਜੇ ਉਹਨਾਂ ਨੂੰ ਕੋਈ ਖੁਰਾਕ ਦੇਣ ਨੂੰ, ਖਾਣ ਨੂੰ ਕਹੋ ਕਿ ਆਹ ਖਾ ਲਓ, ਨਾ ਜੀ ਮੈਂ ਤਾਂ ਇਹ ਕਦੇ ਖਾਧਾ ਨਹੀਂ। ਜੋ ਬਿਮਾਰੀ ਵਿੱਚ ਬੰਦਾ ਚੀਜ਼ਾਂ ਖਾਂਦਾ ਹੈ, ਉਹ ਕਹਿੰਦੇ ਜੀ ਮੈਂ ਤਾਂ ਇਹ ਕਦੇ ਖਾਧੀਆਂ ਨਹੀਂ, ਮੈਂ ਕਿਵੇਂ ਖਾਵਾਂ? ਇਸ ਲਈ ਜਵਾਨੀ ਵਿੱਚ ਬੁਖਾਰ ਨਹੀਂ ਹੋਇਆ, ਬਿਮਾਰ ਨਹੀਂ ਹੋਏ, ਕਿਉਂਕਿ ਉਦੋਂ ਧਿਆਨ ਹੋਰ ਪਾਸੇ ਸੀ। ਹੁਣ ਸਰੀਰ ਉਹੋ ਜਿਹਾ ਨਹੀਂ ਰਿਹਾ, ਹੁਣ ਸਰੀਰ ਉਹੋ ਜਿਹਾ ਨਹੀਂ ਰਿਹਾ। ਹੁਣ ਸਰੀਰ ਕਮਜ਼ੋਰ ਹੋ ਗਿਆ, ਹੁਣ ਸਰੀਰ ਝੱਲਦਾ ਨਹੀਂ ਉਹ ਚੀਜ਼ਾਂ। ਬੰਦਾ ਚਾਹੁੰਦਾ ਕਿ ਭੱਜ ਦੌੜ ਉਹੋ ਜਿਹੀ ਕਰੇ ਜਿਹੋ ਜਿਹੀ ਜਵਾਨੀ ਵਿੱਚ ਕਰਦਾ ਸੀ, ਪਰ ਹੁਣ ਕਰ ਨਹੀਂ ਸਕਦਾ, ਹੁਣ ਕਰ ਨਹੀਂ ਸਕਦਾ। ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਜਵਾਨੀ ਵਿੱਚ ਬੇਪਰਵਾਹ ਸੀ, ਬੁਢਾਪਾ ਆ ਗਿਆ, ਹੁਣ ਤਨ ਨੂੰ ਰੋਗਾਂ ਨੇ ਪਕੜ ਲਿਆ। ਇਸ ਲਈ ਹੁਣ ਰੋਗਾਂ ਵਿੱਚ ਐਸਾ ਗਲਤਾਨ ਹੋਇਆ ਕਿ ਹੁਣ ਰੱਬ ਦੀ ਸੋਝੀ ਕੋਈ ਨਹੀਂ, ਹੁਣ ਆਪਣੇ ਆਪ ਦੀ ਵੀ ਸੋਝੀ ਨਹੀਂ ਹੈ। ਹੁਣ ਬੱਚਿਆਂ ਵਾਲੀਆਂ ਹਰਕਤਾਂ ਕਰਨ ਲੱਗ ਪਿਆ ਬਜ਼ੁਰਗ। ਇਸ ਲਈ ਸਤਿਗੁਰੂ ਕਹਿੰਦੇ ਨਾ ਬਚਪਨ ਵਿੱਚ, ਨਾ ਜਵਾਨੀ ਵਿੱਚ, ਨਾ ਬੁਢਾਪੇ ਵਿੱਚ ਵਾਹਿਗੁਰੂ ਨੂੰ ਆਪਣੀ ਸੁਰਤ ਵਿੱਚ ਵਸਾਇਆ ਹੀ ਨਹੀਂ, ਪਰਮੇਸ਼ਰ ਨੂੰ ਆਪਣੇ ਅੰਦਰ ਵਸਾਇਆ ਨਹੀਂ। ਤੇ ਬਿਨ ਨਾਮੈ ਕਿਆ ਲਹਿਸ ਨਿਦਾਨ, ਬਿਨਾ ਨਾਮ ਤੋਂ ਫਿਰ ਅੰਤ ਨੂੰ, ਨਿਦਾਨ ਮਤਲਬ ਅੰਤ ਨੂੰ ਫਿਰ ਕੀ ਹਾਸਲ ਕਰੇਗਾ ਬੰਦਾ? ਤਿੰਨਾਂ ਅਵਸਥਾਵਾਂ ਦੇ ਵਿੱਚ ਕੁਝ ਵੀ ਨਹੀਂ ਕੀਤਾ। ਸਤਿਗੁਰੂ ਕਹਿੰਦੇ ਕੁਝ ਵੀ ਨਹੀਂ ਕਰਿਆ ਤੇ ਫਿਰ ਅੰਤ ਨੂੰ ਖਾਲੀ ਜਾਵੇਗਾ, ਦੁਖੀ ਹੋਵੇਗਾ। ਬਿਨ ਨਾਮੈ ਕਿਆ ਲਹਿਸ ਨਿਦਾਨ, ਜਿਸ ਕਾ ਅੰਨ ਧਨ ਸਹਿਜ ਨਾ ਜਾਣਾ। ਸਤਿਗੁਰੂ ਕਹਿੰਦੇ ਜਿਸ ਵਾਹਿਗੁਰੂ ਨੇ ਅੰਨ ਦਿੱਤਾ, ਇਹ ਖਾਣ ਪੀਣ ਦੀਆਂ ਵਸਤੂਆਂ, ਜਿਸ ਪਰਮੇਸ਼ਰ ਨੇ ਇਹ ਧਨ ਬਖਸ਼ਿਆ, ਉਸ ਪ੍ਰਮਾਤਮਾ ਨੂੰ ਕਦੇ ਜਾਣਿਆ ਹੀ ਨਹੀਂ। ਜਿਸ ਕਾ ਅੰਨ ਧਨ ਸਹਿਜ ਨਾ ਜਾਣਾ, ਉਹਨੂੰ ਟਿਕ ਕੇ ਸਹਿਜ ਵਿੱਚ ਕਦੇ ਜਾਣਿਆ ਹੀ ਨਹੀਂ। ਜਰਾ ਕਦੇ ਬੈਠ ਕੇ ਸਹਿਜ ਨਾਲ ਵਿਚਾਰਨਾ ਤੇ ਸਹੀ ਕਿ ਜਿਹਨੇ ਇਹ ਖਾਣ ਵਾਸਤੇ ਦਿੱਤਾ ਹੈ, ਜਿਹਨੇ ਪਹਿਨਣ ਵਾਸਤੇ ਦਿੱਤਾ ਹੈ, ਜਿਹਨੇ ਇਹ ਚੀਜ਼ਾਂ ਹੰਡਾਉਣ ਵਾਸਤੇ ਦਿੱਤੀਆਂ, ਉਹਨੂੰ ਕਦੇ ਜਾਣੋ ਤਾਂ ਸਹੀ। ਸਤਿਗੁਰੂ ਕਹਿੰਦੇ ਬੰਦੇ ਨੇ ਕਦੇ ਵਿਚਾਰ ਨਹੀਂ ਕੀਤੀ। ਅਸੀਂ ਜਦੋਂ ਇਕੱਲੇ ਬੈਠੇ ਹੁੰਦੇ ਆ ਤੇ ਅਸੀਂ ਬੜੀਆਂ ਵਿਚਾਰਾਂ ਕਰਦੇ ਹਾਂ, ਬੜੇ ਹਿਸਾਬ ਕਿਤਾਬ ਕਰਦੇ ਹਾਂ ਕਿ ਚਲੋ ਵਿਹਲੇ ਬੈਠੇ ਆ, ਪੈਸੇ ਦਾ ਹਿਸਾਬ ਕਿਤਾਬ ਲਾ ਲਈਏ, ਕੀ ਖੱਟਿਆ ਕੀ ਕਮਾਇਆ। ਪਰ ਜਦੋਂ ਬੰਦਾ ਇਕੱਲਾ ਬੈਠਾ, ਉਹ ਕਦੇ ਨਹੀਂ ਵਿਚਾਰ ਕਰਦਾ ਕਿ ਚਲੋ ਵਿਚਾਰ ਕੇ ਦੇਖੀਏ ਕਿ ਪ੍ਰਮਾਤਮਾ ਨੇ ਕੀ ਕੀ ਰਹਿਮਤਾਂ ਕੀਤੀਆਂ। ਸਤਿਗੁਰੂ ਕਹਿੰਦੇ ਕਦੇ ਨਹੀਂ ਵਿਚਾਰਿਆ। ਜਿਸ ਕਾ ਅੰਨ ਧਨ ਸਹਿਜ ਨਾ ਜਾਣਾ, ਭਰਮ ਭੁਲਾਨਾ ਫਿਰ ਪਛਤਾਨਾ। ਸਤਿਗੁਰੂ ਕਹਿੰਦੇ ਜਦੋਂ ਭਰਮ ਵਿੱਚ ਪੈ ਜਾਂਦਾ ਨਾ, ਭਟਕਣਾ ਵਿੱਚ ਪੈ ਜਾਂਦਾ, ਫਿਰ ਪਛਤਾਉਂਦਾ ਹੈ।
ਫਿਰ ਪਛਤਾਉਂਦਾ ਹੈ, ਖੱਜਲ ਹੁੰਦਾ ਹੈ। ਪਛਤਾਵੇ ਤੋਂ ਇਲਾਵਾ ਫਿਰ ਬੰਦੇ ਦੇ ਪੱਲੇ ਕੀ ਪੈਂਦਾ? ਕੁਛ ਵੀ ਨਹੀਂ। ਕਿ ਚੰਗਾ ਹੁੰਦਾ ਜੇ ਮੈਂ ਉਦੋਂ ਰੱਬ ਦਾ ਨਾਮ ਲੈ ਲੈਂਦਾ, ਚੰਗਾ ਹੁੰਦਾ ਜੇ ਮੈਂ ਉਦੋਂ ਦਵਾਈ ਲੈ ਲੈਂਦਾ, ਮੈਂ ਠੀਕ ਹੋ ਜਾਣਾ ਸੀ। ਬਾਅਦ ਵਿੱਚ ਪਛਤਾਵੇ ਤੋਂ ਇਲਾਵਾ ਹੋਰ ਪੱਲੇ ਕੁਛ ਵੀ ਨਹੀਂ ਪੈਂਦਾ। ਇਸ ਲਈ ਸਤਿਗੁਰੂ ਕਹਿੰਦੇ ਭਰਮ ਭੁਲਾਨਾ ਫਿਰ ਪਛਤਾਨਾ, ਗਲ ਫਾਹੀ ਬੌਰਾ ਬੌਰਾਨਾ। ਗਲ ਵਿੱਚ ਫਾਹੀ ਪੈ ਗਈ ਆ ਕੇ ਇਸ ਬੌਰੇ ਦੇ, ਇਸ ਝੱਲੇ ਦੇ। ਸਤਿਗੁਰੂ ਕਹਿੰਦੇ ਇਸ ਕਮਲੇ ਆਦਮੀ ਦੇ ਗਲ ਵਿੱਚ ਮੌਤ ਦੀ ਫਾਹੀ ਆ ਪਈ ਤੇ ਹੁਣ ਪਛਤਾਵੇ ਤੋਂ ਇਲਾਵਾ ਹੋਰ ਕੁਝ ਪੱਲੇ ਨਹੀਂ ਹੈ। ਬੂੜਤ ਜਗ ਦੇਖਿਆ ਤੋ ਡਰ ਭਾਗੇ। ਸਤਿਗੁਰੂ ਕਹਿੰਦੇ ਜਦੋਂ ਇਸ ਸੰਸਾਰ ਨੂੰ ਮੈਂ ਡੁੱਬਦਿਆਂ ਹੋਇਆਂ ਦੇਖਿਆ ਕਿ ਸੰਸਾਰ ਤਾਂ ਡੁੱਬ ਚੱਲਿਆ, ਤਾਂ ਮੈਂ ਭੱਜ ਕੇ ਗੁਰੂ ਦੀ ਸ਼ਰਨ ਪਿਆ। ਖਿਆਲ ਰੱਖਣਾ, ਕੋਈ ਵਿਰਲਾ ਬੰਦਾ ਹੁੰਦਾ ਹੈ ਜਿਹੜਾ ਕਿਸੇ ਦੂਸਰੇ ਦੇ ਘਰ ਵਿੱਚ ਵਾਪਰੀ ਘਟਨਾ ਤੋਂ ਅਕਲ ਲੈ ਲਵੇ। ਜੱਗ ਬੀਤੀ ਤੋਂ ਜਿਹੜਾ ਸਿੱਖ ਲਵੇ। ਇੱਥੇ ਤੇ ਦੁਨੀਆ ਆਪ ਬੀਤੀ ਤੋਂ ਨਹੀਂ ਸਿੱਖ ਪਾਉਂਦੀ। ਆਪਣੇ ਨਾਲ ਬੀਤਣ ਦੇ ਬਾਵਜੂਦ ਵੀ ਨਹੀਂ ਲੋਕ ਸਮਝ ਪਾਉਂਦੇ। ਕੋਈ ਗੁਰਮੁਖ ਐਸਾ, ਕੋਈ ਜਿਹੜਾ ਬਹੁਤ ਜ਼ਿਆਦਾ ਸਿਆਣਾ ਆਦਮੀ ਹੈ ਨਾ, ਉਹ ਦੂਸਰੇ ਨਾਲ ਵਾਪਰੀ ਘਟਨਾ ਤੋਂ ਖੁਦ ਸਿੱਖਿਆ ਲੈ ਲੈਂਦਾ ਕਿ ਮੇਰੇ ਦੋਸਤ ਨਾਲ ਇਹ ਵਾਪਰਿਆ, ਮੇਰੇ ਨਾਲ ਨਾ ਵਾਪਰ ਜਾਏ, ਇਸ ਲਈ ਉਹ ਪਹਿਲਾਂ ਹੀ ਤਿਆਰੀ ਕਰ ਲੈਂਦਾ। ਸਮਝ ਗਿਆ। ਗੁਆਂਢੀਆਂ ਦੇ ਘਰ ਵਿੱਚ ਹੋਇਆ, ਮੇਰੇ ਘਰ ਵਿੱਚ ਵੀ ਹੋ ਸਕਦਾ, ਉਹਨੇ ਬੰਦੋਬਸਤ ਕਰ ਲਿਆ ਆਪਣਾ। ਜੱਗ ਬੀਤੀ ਤੋਂ ਸਿੱਖ ਲਿਆ। ਸਤਿਗੁਰੂ ਕਹਿੰਦੇ ਜਦੋਂ ਮੈਂ ਦੇਖਿਆ ਕਿ ਲੋਕ ਕਿਵੇਂ ਡੁੱਬਦੇ ਜਾ ਰਹੇ ਨੇ, ਕਿਵੇਂ ਮਾਇਆ ਵਿੱਚ ਡੁੱਬਦੇ ਜਾ ਰਹੇ ਨੇ, ਕਾਮ ਕ੍ਰੋਧ ਵਿੱਚ ਕਿਵੇਂ ਅੰਨੇ ਹੁੰਦੇ ਨੇ ਲੋਕ, ਪੈਸਾ ਕਿਵੇਂ ਜੀਵਨ ਨੂੰ ਬਰਬਾਦ ਕਰਦਾ ਹੈ, ਪੈਸਾ ਕਿਵੇਂ ਬੰਦੇ ਨੂੰ ਕਮਲਾ ਕਰ ਛੱਡਦਾ ਹੈ, ਦੇਖ ਲਿਆ ਮੈਂ ਆਪਣੀਆਂ ਅੱਖਾਂ ਨਾਲ। ਅਸੀਂ ਸਾਰਿਆਂ ਨੇ ਕਿਹੜਾ ਦੇਖਿਆ ਨਹੀਂ, ਅਸੀਂ ਸਭ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਦੌਲਤ ਕੀ ਕਰਦੀ ਹੈ, ਦੌਲਤ ਦਾ ਨਸ਼ਾ ਕੀ ਕਰਦਾ ਹੈ, ਲੋਭ ਕੀ ਕਰਦਾ ਹੈ, ਲਾਲਚ ਬੰਦੇ ਦਾ ਕੀ ਹਾਲ ਕਰ ਛੱਡਦਾ ਹੈ, ਕਾਮ ਕਿਵੇਂ ਬੰਦੇ ਨੂੰ ਬਰਬਾਦ ਕਰ ਛੱਡਦਾ ਹੈ। ਕਿਹਨੇ ਨਹੀਂ ਦੇਖਿਆ? ਅਸੀਂ ਸਭ ਨੇ ਦੇਖਿਆ। ਨਸ਼ੇ ਵਿੱਚ ਕੀ ਹਾਲਤ ਹੁੰਦੀ ਬੰਦੇ ਦੀ, ਕਿਹਨੇ ਨਹੀਂ ਦੇਖਿਆ? ਦੇਖਣ ਦੇ ਬਾਵਜੂਦ ਸਮਝਦੇ ਕਿੰਨੇ ਕੁ ਲੋਕ ਨੇ? ਸਿਆਣਪ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ, ਸਮਝ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ। ਦੂਸਰੇ ਨੂੰ ਸਮਝਾਉਣਾ ਬਹੁਤ ਸੌਖਾ ਹੁੰਦਾ ਹੈ। ਸਭ ਤੋਂ ਸੌਖਾ ਕੰਮ ਦੂਸਰੇ ਨੂੰ ਸਮਝਾਉਣਾ ਹੈ। ਦੁਨੀਆ ਵਿੱਚ ਇਸ ਤੋਂ ਸੌਖਾ ਕੰਮ ਹੋਰ ਕੋਈ ਨਹੀਂ ਹੈ। ਦੂਸਰੇ ਨੂੰ ਕਹਿਣਾ ਕਿ ਭਾਈ ਆਹ ਕੰਮ ਕਰ, ਬੜਾ ਸੌਖਾ। ਇਹਦੇ ਵਿੱਚ ਕਿੰਨਾ ਕੁ ਜ਼ੋਰ ਲੱਗਦਾ, ਪਰ ਉਸ ਕੰਮ ਨੂੰ ਖੁਦ ਕਰਨਾ ਔਖਾ ਹੁੰਦਾ ਹੈ। ਖੁਦ ਉਹਦੇ ਤੇ ਪਹਿਰਾ ਦੇਣਾ ਬੜਾ ਔਖਾ ਹੁੰਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਜਿਹੜਾ ਦੂਸਰਿਆਂ ਤੋਂ ਸਿੱਖ ਲੈਂਦਾ ਹੈ, ਜਿਹੜਾ ਦੂਸਰਿਆਂ ਦੀਆਂ ਗਲਤੀਆਂ ਤੋਂ ਜਾਣ ਲੈਂਦਾ ਹੈ, ਉਹ ਬੰਦਾ ਸਿਆਣਾ ਹੈ। ਇਸ ਲਈ ਬੂੜਤ ਜੱਗ ਦੇਖਿਆ ਤੋ ਡਰ ਭਾਗੇ। ਜਦੋਂ ਮੈਂ ਦੇਖਿਆ ਕਿ ਲੋਕ ਕਿਵੇਂ ਡੁੱਬਦੇ ਜਾ ਰਹੇ ਕਾਮ ਕ੍ਰੋਧ ਵਿੱਚ, ਕਿਵੇਂ ਮਾਇਆ ਵਿੱਚ ਡੁੱਬਦੇ ਜਾ ਰਹੇ, ਤਦੋਂ ਮੇਰੇ ਮਨ ਅੰਦਰ ਵੀ ਡਰ ਪੈਦਾ ਹੋਇਆ। ਤਾਂ ਮੈਂ ਡਰ ਵਿੱਚ ਭੱਜ ਕੇ ਸਤਿਗੁਰੂ ਦੀ ਸ਼ਰਨ ਗਿਆ। ਸਤਿਗੁਰ ਰਾਖੇ ਸੇ ਬੜ ਭਾਗੇ। ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ ਉਹ ਵੱਡਿਆਂ ਭਾਗਾਂ ਵਾਲੇ, ਉਹ ਬੜ ਭਾਗੀ ਜਿਨ੍ਹਾਂ ਨੂੰ ਗੁਰੂ ਨੇ ਹੱਥ ਦੇ ਕੇ ਬਚਾ ਲਿਆ। ਨਾਨਕ ਗੁਰ ਕੀ ਚਰਨੀ ਲੱਗ ਗਏ। ਸਤਿਗੁਰੂ ਕਹਿੰਦੇ ਗੁਰੂ ਦੀ ਚਰਨੀ ਲੱਗ ਗਏ। ਇਸ ਲਈ ਜੇ ਨਜ਼ਰ ਆ ਰਿਹਾ ਹੈ ਨਾ ਕਿ ਲੋਕ ਡੁੱਬ ਗਏ ਕਾਮ ਕ੍ਰੋਧ ਵਿੱਚ, ਲੋਕ ਨਿੰਦਾ ਚੁਗਲੀ ਵਿੱਚ ਬਰਬਾਦ ਹੋ ਗਏ, ਲੋਕ ਮਾਇਆ ਵਿੱਚ ਉਲਝ ਕੇ ਜੀਵਨ ਬਰਬਾਦ ਕਰ ਬੈਠੇ, ਜੇ ਦਿਸ ਰਿਹਾ ਤਾਂ ਫਿਰ ਭੱਜ ਕੇ ਗੁਰੂ ਦੀ ਸ਼ਰਨ ਆ ਜਾਵੋ। ਕਿਉਂਕਿ ਜੇ ਦੂਸਰੇ ਨਾਲ ਹੋਇਆ ਤਾਂ ਸਾਡੇ ਨਾਲ ਵੀ ਹੋਵੇਗਾ। ਜੇ ਦੂਸਰਾ ਮੋਹ ਵਿੱਚ ਅੰਨਾ ਹੋ ਗਿਆ ਤਾਂ ਇਹ ਸਾਡੇ ਨਾਲ ਵੀ ਵਾਪਰੇਗਾ। ਵਾਪਰ ਹੀ ਰਿਹਾ, ਉਹ ਗੱਲ ਵੱਖਰੀ ਹੈ ਕਿ ਸਾਨੂੰ ਦਿਸ ਨਹੀਂ ਰਿਹਾ, ਨਜ਼ਰ ਨਹੀਂ ਆ ਰਿਹਾ। ਇਸ ਲਈ ਸਤਿਗੁਰੂ ਕਹਿੰਦੇ ਗੁਰੂ ਦੀ ਸ਼ਰਨ ਆਵੋ। ਜਿਹੜੇ ਗੁਰੂ ਦੀ ਸ਼ਰਨ ਆ ਜਾਂਦੇ ਨੇ ਉਹ ਬਚ ਜਾਂਦੇ ਨੇ।
ਸਤਿਗੁਰੂ ਕਹਿੰਦੇ ਮੈਂ ਉੱਪਰ ਭੁਜਾ ਕਰ ਗੁਰ ਪੈ ਪੁਕਾਰਿਆ। ਮੈਂ ਗੁਰੂ ਦੀ ਸ਼ਰਨ ਆਇਆ ਤੇ ਗੁਰੂ ਦੀ ਸ਼ਰਨ ਆ ਕੇ ਮੈਂ ਪੁਕਾਰ ਕੀਤੀ। ਕੀ ਪੁਕਾਰ ਕੀਤੀ? ਕਿ ਹਮ ਦੇਖਾ ਤਾਂ ਡੂਬੀ ਅਲੇ, ਕਿ ਲੋਕ ਡੁੱਬਦੇ ਜਾ ਰਹੇ ਨੇ, ਮੈਂ ਦੇਖ ਲਿਆ ਆਪਣੀਆਂ ਅੱਖਾਂ ਨਾਲ। ਇਸ ਲਈ ਸਤਿਗੁਰੂ ਕਿਰਪਾ ਕਰ, ਆਪਣੀ ਸ਼ਰਨ ਰੱਖ ਲੈ, ਮੇਰੇ ਪੱਲੇ ਕੁਛ ਨਹੀਂ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਨ ਭਇਆ। ਮੈਂ ਮੂਰਖ ਮੁਗਧ, ਮੇਰੇ ਕੋਲ ਕੁਛ ਵੀ ਨਹੀਂ, ਇਸ ਲਈ ਮੈਂ ਤੇਰੀ ਸ਼ਰਨ ਆ ਗਿਆ। ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲੈ। ਸਤਿਗੁਰੂ ਰਹਿਮਤ ਕਰੇ, ਉਹ ਰਹਿਮਤ ਕਰਕੇ ਸਾਨੂੰ ਸਭ ਨੂੰ ਆਪਣੇ ਚਰਨਾਂ ਨਾਲ ਜੋੜ ਲੈ। ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣ ਜੋ। ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।